जो सिद्धू मूसेवाल के घर गए ने उत्थे जाके भी उन्होंने पहली बार कोई लीडर यह गल कह रहा भी एक वड्डी साजिश तहत होया इस इल्ज़ाम नूं, इस सियासी दूषण नूं, आरोप नूं ਉਹ ਸਾਬਤ ਕਿਵੇਂ ਕਰਨ। ਲੇਕਿਨ ਐਟ ਦ ਸੇਮ ਪੁਆਇੰਟ ਇਨ ਟਾਈਮ ਸ਼ਾਇਦ ਜੋ ਗੱਲ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਨਹੀਂ ਹਜੇ ਤੱਕ ਕਹਿ ਪਾਏ ਨੇ, ਯਾਨੀ ਕਿ ਇੱਕ ਵੱਡੀ ਰਾਜਸੀ ਸਾਜ਼ਿਸ਼ ਦੇ ਰੂਪ ਵਿੱਚ ਆਪਣੇ ਬੇਟੇ ਦੀ ਹੱਤਿਆ ਨੂੰ ਨਹੀਂ ਪਰਿਭਾਸ਼ਿਤ ਕਰ ਰਹੇ ਨੇ। ਸਰਕਾਰਾਂ ਦਾ ਕੰਮ ਤਾਂ ਹੁੰਦਾ ਵੀ ਬਚਾਉਣਾ, ਇੱਥੇ ਲੋਕ ਮਰ ਰਹੇ ਨੇ, ਸਰਕਾਰਾਂ ਹੀ ਮਾਰ ਰਹੀਆਂ ਨੇ, ਇਹ ਤਾਂ ਬਹੁਤ ਸੀਰੀਅਸ ਦੋਸ਼ ਨੇ। ਇਹ ਇਸ਼ਾਰਾ ਉਹ ਕਿੱਧਰ ਕਰ ਰਹੇ ਨੇ? ਇਸ ਵਕਤ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੇਂਦਰ ਸਰਕਾਰ ਹੈ ਉਹ ਸਿੱਧੇ ਤਰੀਕੇ ਨਾਲ ਉਹਨਾਂ ਵੱਲ ਇਸ਼ਾਰਾ ਕਰ ਰਿਹਾ ਹੈ। ਕਾਂਗਰਸ ਪਾਰਟੀ ਅਮਰਿੰਦਰ ਸਿੰਘ ਰਾਜਾ ਵੜਿੰਗ ਪਾਰਟੀ ਪ੍ਰਧਾਨ ਵੀ ਹੈਗੇ ਨੇ ਤੇ ਉਹ ਸਿੱਧੂ ਮੂਸੇਵਾਲਾ ਨੂੰ ਲਿਜਾਣ ਵਾਲੇ ਵੀ ਹੈਗੇ ਨੇ, ਲੇਕਿਨ ਉਹਨਾਂ ਨੇ ਇਸ ਮੁਤਲਕ ਕੋਈ ਅਜਿਹੇ ਤਿੱਖੇ ਬਿਆਨ ਨਹੀਂ ਦਿੱਤੇ, ਕੋਈ ਅਜਿਹੀ ਲਾਮਬੰਦੀ ਨਹੀਂ ਉਹ ਕਰ ਪਾਏ। ਅੱਜ ਨਵਜੋਤ ਸਿੰਘ ਸਿੱਧੂ ਲੌਜੀਕਲੀ ਗੱਲਾਂ ਨੂੰ ਚੁੱਕਦੇ ਨੇ ਤਾਂ ਠੀਕ ਹੈ, ਅਦਰਵਾਈਜ਼ ਜੇ ਸਿਰਫ ਸੁਰਖੀਆਂ ਬਟੋਰਨ ਲਈ ਜਾਂ ਪ੍ਰੈਸ ਕਾਨਫਰੰਸਾਂ ਕਰਨ ਲਈ ਇਹ ਨੁਕਤਿਆਂ ਨੂੰ ਉਛਾਲਣਾ ਹੈ ਜਾਂ ਕਹਿੰਦੇ ਟੁੱਕ ਬਣਾਉਣਾ ਤੇ ਗੱਲ ਕਰਨੀ ਹੈ ਤਾਂ ਫਿਰ ਉਹ ਵੱਖਰੀ ਗੱਲ ਹੈ। ਸਿਆਸਤ ਸਹੀ ਬੰਦਿਆਂ ਦੀ ਲੋੜ ਨਹੀਂ ਹੁੰਦੀ, ਪਪੇਟਸ ਦੀ ਲੋੜ ਹੁੰਦੀ ਹੈ। ਤਾਂ ਹੀ ਕਰਕੇ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਮੌਕਾ ਨਹੀਂ ਮਿਲ ਪਾ ਰਿਹਾ ਕਿ ਉਹ ਪੋਲੀਟੀਕਲੀ ਵੀ ਸਟੈਂਡ ਨਾ ਕਰ ਜਾਣ ਜੇ ਕੋਈ ਚੰਗੀ ਗੱਲ ਕਰ ਦਿੰਦੇ ਨੇ। ਦੇਖੋ, ਜਿਹੜੇ ਹੁਕਮਰਾਨ ਜਾਂ ਜਿਹੜੇ ਮੁੱਖ ਮੰਤਰੀ ਇਹ ਸੋਚਦੇ ਨੇ ਨਾ ਵੀ ਸਾਨੂੰ ਸਿਆਸਤ ਦੇ ਵਿੱਚ ਪਪੇਟ ਦੀ ਲੋੜ ਹੈਗੀ ਹੈ, ਉਹ ਫਿਰ ਬਾਅਦ ਦੇ ਵਿੱਚ ਪਪੇਟ ਹੀ ਬਣ ਜਾਂਦੇ ਨੇ। ਤੇ ਕੈਪਟਨ ਅਮਰਿੰਦਰ ਸਿੰਘ ਦਾ ਵੀ ਪਪੇਟ ਹੀ ਬਣਿਆ, ਉਹਦੇ ਵਿੱਚ ਕੋਈ ਦੋਰਾਵਾ ਨਹੀਂ। ਤੇ ਅੱਜ ਵੀ ਜੋ ਸਥਿਤੀ ਹੈ, ਬਹੁਤ ਸੀ ਅਜਿਹੀਆਂ ਗੱਲਾਂ ਹੋ ਰਹੀਆਂ ਨੇ ਜਿਸ ਤੋਂ ਕਿ ਲੱਗਦਾ ਕਿ ਮੁੱਖ ਮੰਤਰੀ ਵੀ ਖੁਦ ਪਪੇਟ ਹੀ ਹੈਗੇ ਨੇ। ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਮੂਸੇਵਾਲੇ ਦੇ ਘਰੇ ਜਾਂਦੇ ਆ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਦੇ ਆ ਤੇ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕਰਦੇ ਆ। ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਇੱਕ ਵੱਡੀ ਸਾਜ਼ਿਸ਼ ਦਾ ਨਾਮ ਦਿੱਤਾ ਜਿਸ ਦੇ ਤਹਿਤ ਇਹ ਕਰਵਾਇਆ ਗਿਆ। ਇਹ ਪਹਿਲੀ ਵਾਰ ਹੋਇਆ ਕਿ ਕੋਈ ਰਾਜਨੀਤਿਕ ਲੀਡਰ ਇਹ ਗੱਲ ਕਹਿ ਰਿਹਾ। ਲੋਕਾਂ ਦੇ ਮਨਾਂ 'ਚ ਬਹੁਤ ਵਾਰੀ ਗੱਲ ਆਉਂਦੀ ਹੈ ਵੀ ਇਹ ਸਾਦਾ ਕਤਲ ਨਹੀਂ ਹੈ, ਗੈਂਗ ਵਾਰ ਦਾ ਨਤੀਜੇ ਨਾਲ ਇਕੱਲਾ ਸਿੱਧੂ ਮੂਸੇਵਾਲੇ ਨੂੰ ਨਹੀਂ ਮਾਰਿਆ ਗਿਆ, ਵੀ ਇਹਦੇ ਅੰਦਰ ਹੋਰ ਬਹੁਤ ਸਾਰੀਆਂ ਵੱਡੀਆਂ ਗੱਲਾਂ ਹੋ ਸਕਦੀਆਂ ਨੇ। ਤੇ ਹੁਣ ਪਹਿਲੀ ਵਾਰ ਹੈ ਕੋਈ ਲੀਡਰ ਜਿਸ ਨੇ ਗੱਲ ਨੂੰ ਓਪਨਲੀ ਕਿਹਾ ਵੀ ਇੱਕ ਸਾਜ਼ਿਸ਼ ਦੇ ਤਹਿਤ ਹੋਇਆ। ਅੱਜ ਇਸੀ ਮੁੱਦੇ ਨੂੰ ਐਡਰੈਸ ਕਰਾਂਗੇ। ਮੈਂ ਤੁਹਾਡਾ ਹੋਸਟ ਸ਼ੁਭਕਰਮਨ ਸਿੰਘ ਢਾਲੀਵਾਲ, ਮੇਰੇ ਨਾਲ ਨੇ ਮੇਰੇ ਸਹਿਯੋਗੀ ਰਿਤੇਸ਼ ਲੱਖੀ ਜੀ। ਰਿਤੇਸ਼ ਜੀ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਸ਼ੁਭਕਰਮਨ। ਰਿਤੇਸ਼ ਜੀ, ਨਵਜੋਤ ਸਿੰਘ ਸਿੱਧੂ ਬਾਹਰ ਆਏ, ਜਿੱਦਣ ਉਹ ਪਹਿਲੀ ਵਾਰ ਜੇਲ੍ਹ ਤੋਂ ਬਾਹਰ ਆਏ ਸੀਗੇ ਤਾਂ ਉਦੋਂ ਵੀ ਬਾਡੀ ਲੈਂਗੁਏਜ, ਬੋਲਬਾਣੀ ਬੜੀ ਅਗਰੈਸਿਵ ਸੀ। ਸਰਕਾਰ ਦੇ ਖਿਲਾਫ ਆਉਣ ਸਾਰ ਉਹਨਾਂ ਨੇ ਹਮਲਾ ਕੀਤਾ, ਚਾਹੇ ਉਹ ਸੂਬਾ ਸਰਕਾਰ ਹੋਵੇ ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ। ਤੇ ਹੁਣ ਜੋ ਸਿੱਧੂ ਮੂਸੇਵਾਲ ਦੇ ਘਰ ਗਏ ਨੇ ਉੱਥੇ ਜਾ ਕੇ ਵੀ ਉਹਨਾਂ ਨੇ ਪਹਿਲੀ ਵਾਰ ਕੋਈ ਲੀਡਰ ਇਹ ਗੱਲ ਕਹਿ ਰਿਹਾ ਵੀ ਇੱਕ ਵੱਡੀ ਸਾਜ਼ਿਸ਼ ਤਹਿਤ ਹੋਇਆ। ਤੇ ਇਸ ਦੇ ਉੱਤੇ ਤੁਹਾਡੀ ਟਿੱਪਣੀ? ਜੀ ਬਿਲਕੁਲ ਸ਼ੁਭਕਰਮਨ, ਦੇਖੋ, ਨਵਜੋਤ ਸਿੰਘ ਸਿੱਧੂ ਜਦੋਂ ਕਾਂਗਰਸ ਦੇ ਪ੍ਰਧਾਨ ਸੀ ਉਸ ਵਕਤ ਸਿੱਧੂ ਮੂਸੇਵਾਲਾ ਨੂੰ ਕਾਂਗਰਸ ਪਾਰਟੀ ਵਿੱਚ ਵਿਧੀਵਤ ਤਰੀਕੇ ਦੇ ਨਾਲ, ਰਸਮੀ ਤਰੀਕੇ ਦੇ ਨਾਲ ਸ਼ਾਮਲ ਕਰਾਇਆ ਗਿਆ ਸੀ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ। ਸੋ ਪਾਰਟੀ ਦੇ ਵਿੱਚ ਸਿੱਧੂ ਮੂਸੇਵਾਲਾ ਨੂੰ ਲੈ ਕੇ ਆਉਣ ਵਾਲੇ ਤੇ ਉਹਦੀ ਚੋਣ ਕੈਂਪੇਨ ਦੇ ਵਿੱਚ ਪੂਰਾ ਦਾ ਪੂਰਾ ਹਿੱਸਾ ਵੀ ਇਹਨਾਂ ਨੇ ਪਾਇਆ, ਯੋਗਦਾਨ ਵੀ ਪਾਇਆ। ਲੇਕਿਨ ਜਦ ਤੋਂ ਇਹਨਾਂ ਨੂੰ ਜੇਲ੍ਹ ਦੀ ਸਜ਼ਾ ਹੋਈ ਹੈ, ਪਿਛਲੇ ਤਕਰੀਬਨ 11 ਮਹੀਨੇ ਦੇ ਆਸ-ਪਾਸ ਸਿੱਧੂ ਜੇਲ੍ਹ ਦੇ ਵਿੱਚ ਰਹੇ ਨੇ, ਇਸੇ ਦੌਰ ਦੇ ਵਿੱਚ ਹੀ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਹੈ। ਸੋ ਇਸ ਚੀਜ਼ ਉੱਤੇ ਸਭ ਦੀਆਂ ਨਜ਼ਰਾਂ ਸੀ ਕਿ ਸਿੱਧੂ ਕਦੋਂ ਜੇਲ੍ਹ ਵਿੱਚੋਂ ਆਉਣਗੇ ਤੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁਤਲਕ ਕੀ ਸਟੇਟਮੈਂਟ ਦੇਣਗੇ। ਤੇ ਇਹ ਜਿਹੜੀ ਸਟੇਟਮੈਂਟ ਹੈ, ਜਿਵੇਂ ਤੁਸੀਂ ਵੀ ਜ਼ਿਕਰ ਸਹੀ ਕੀਤਾ ਹੈ ਕਿ ਕਿਸੇ ਵੱਡੇ ਲੀਡਰ ਵੱਲੋਂ, ਯਾਨੀ ਕਿ ਮੇਨ ਸਟਰੀਮ ਦੇ ਆਪਾਂ ਅਕਸਰ ਕ੍ਰਿਟਿਕਸ ਦੀ, ਚਿੰਤਕਾਂ ਦੀ, ਲੋਕਾਂ ਦੀ ਜਾਂ ਸਾਡੀ ਤੁਹਾਡੀਆਂ ਆਪਣੀਆਂ ਜਿਹੜੇ ਓਪੀਨੀਅਨਸ ਹੁੰਦੇ ਨੇ, ਮਸ਼ਵਰੇ ਹੁੰਦੇ ਨੇ, ਉਹ ਵੱਖਰੇ ਹੁੰਦੇ ਨੇ। ਲੇਕਿਨ ਮੁੱਖ ਧਾਰਾ ਦਾ ਕੋਈ ਰਾਜਨੀਤਿਕ ਲੀਡਰ ਜੇ ਇਹੋ ਜਿਹੀ ਗੱਲ ਕਰਦਾ ਹੈ ਕਿ ਇੱਕ ਵੱਡੀ ਸਾਜ਼ਿਸ਼ ਸੀ, ਸਿਰਫ ਇਸ ਨੂੰ ਇੱਕ ਗੈਂਗ ਵਾਰ ਜਾਂ ਗੈਂਗ ਦੀ ਕਿਲਿੰਗ ਦੇ ਰੂਪ ਵਿੱਚ ਨਾ ਦੇਖਿਆ ਜਾਏ, ਕੁਝ ਗੈਂਗਸਟਰਾਂ ਵੱਲੋਂ ਕੀਤੇ ਗਏ ਕਤਲ ਦੀ ਘਟਨਾ ਤੱਕ ਹੀ ਨਾ ਸਮਝਿਆ ਜਾਏ, ਬਲਕਿ ਇਸ ਦੇ ਪਿੱਛੇ ਇੱਕ ਬਹੁਤ ਵੱਡੀ ਪਲੈਨਿੰਗ ਸੀ, ਬਹੁਤ ਵੱਡੀ ਸਾਜ਼ਿਸ਼ ਸੀ ਜੋ ਕਿ ਰਾਜਸੀ ਸਾਜ਼ਿਸ਼ ਹੋ ਸਕਦੀ ਹੈ। ਹੁਣ ਇਸ ਚੀਜ਼ ਦਾ ਇਸ਼ਾਰਾ ਕਰਨਾ ਵੀ ਬੜਾ ਮਹੱਤਵਪੂਰਨ ਹੈ ਕਿਉਂਕਿ ਇਹ ਗੱਲਬਾਤ ਨੂੰ ਕਹਿਣ ਵਾਲਾ ਅੱਜ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਜਾਂ ਪੰਜਾਬ ਦੇ ਪੋਲੀਟੀਕਲ ਸਪੈਕਟਰਮ ਦੇ ਵਿੱਚ ਕੋਈ ਹੈ ਨਹੀਂ। ਸੋ ਚੰਗੀ ਗੱਲ ਹੈ ਜੇ ਨਵਜੋਤ ਸਿੰਘ ਸਿੱਧੂ ਇਸ ਵਿਸ਼ੇ ਨੂੰ ਇਸ ਤਰੀਕੇ ਦੇ ਨਾਲ ਲੈ ਰਹੇ ਨੇ। ਹਾਲਾਂਕਿ ਇੱਕ ਇਸ ਦਾ ਫਲਿੱਪ ਸਾਈਡ ਇਹ ਵੀ ਹੁੰਦੀ ਹੈ ਕਿ ਅਕਸਰ ਅਜਿਹੇ ਮੁੱਦਿਆਂ ਦਾ ਸਿਆਸੀਕਰਨ ਜਾਂ ਰਾਜਨੀਤੀਕਰਨ ਜਿਹੜਾ ਹੈ ਉਹ ਕੀਤਾ ਜਾਂਦਾ ਹੈ। ਕਈ ਵਾਰ ਉਹ ਗੱਲਬਾਤ ਨੂੰ ਲੀਹ ਤੋਂ ਭਟਕਾਉਣ ਵਾਲਾ ਕੰਮ ਵੀ ਹੁੰਦਾ ਹੈ। ਲੇਕਿਨ ਐਟ ਦ ਸੇਮ ਪੁਆਇੰਟ ਇਨ ਟਾਈਮ ਸ਼ਾਇਦ ਜੋ ਗੱਲ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਨਹੀਂ ਹਜੇ ਤੱਕ ਕਹਿ ਪਾਏ ਨੇ, ਯਾਨੀ ਕਿ ਇੱਕ ਵੱਡੀ ਰਾਜਸੀ ਸਾਜ਼ਿਸ਼ ਦੇ ਰੂਪ ਵਿੱਚ ਆਪਣੇ ਬੇਟੇ ਦੀ ਹੱਤਿਆ ਨੂੰ ਨਹੀਂ ਪਰਿਭਾਸ਼ਿਤ ਕਰ ਰਹੇ ਨੇ। ਉਹਨਾਂ ਦਾ ਹਜੇ ਤੱਕ ਵੀ ਜਿਹੜਾ ਗੁੱਸਾ ਹੈ ਸਰਕਾਰ ਦੇ ਖਿਲਾਫ, ਉਹ ਗੋਲਡੀ ਬਰਾੜ ਦੀ ਗ੍ਰਿਫਤਾਰੀ ਨਾ ਹੋ ਪਾਉਣ ਨੂੰ ਲੈ ਕੇ ਹੈ, ਜਾਂ ਫਿਰ ਕੁਝ ਅਜਿਹੇ ਮਿਊਜ਼ਿਕ ਜਗਤ ਦੇ ਜਿਹੜੇ ਵੱਡੇ ਚਿਹਰੇ ਹੈਗੇ ਨੇ ਜੋ ਕਿ ਬਿਹਾਈਂਡ ਦ ਕਰਟਨਸ ਆਪਰੇਟ ਕਰ ਰਹੇ ਹੋ ਸਕਦੇ ਨੇ, ਉਹਨਾਂ ਨੂੰ ਕੇਸਾਂ ਵਿੱਚ ਜੇ ਨਾਮਜ਼ਦ ਕੀਤਾ ਵੀ ਗਿਆ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਨਾ ਹੋਣ ਨੂੰ ਲੈ ਕੇ ਹੈ। ਸੋ ਉਹਨਾਂ ਨੇ ਵੀ ਹਜੇ ਇਸ ਨੂੰ ਇੱਕ ਰਾਜਸੀ ਸਾਜ਼ਿਸ਼ ਜਾਂ ਇੱਕ ਵੱਡੀ ਪਲੈਨਿੰਗ ਦੇ ਰੂਪ ਵਿੱਚ ਉਵੇਂ ਨਹੀਂ ਦਰਸਾਇਆ ਹੈ। ਸੋ ਜੇ ਨਵਜੋਤ ਸਿੰਘ ਸਿੱਧੂ ਕੁਝ ਕਹਿ ਰਹੇ ਹੈਗੇ ਨੇ
ਸੋ ਆਉਣ ਵਾਲੇ ਦਿਨਾਂ ਵਿੱਚ ਵੇਖਣਾ ਇਹ ਹੋਏਗਾ ਕਿ ਇਸ ਨੂੰ ਕੁਆਲੀਫਾਈ ਕਿਵੇਂ ਕਰਦੇ ਨੇ, ਕਿਉਂਕਿ ਗੱਲਬਾਤ ਕਹਿ ਦੇਣੀ ਸੌਖੀ ਹੁੰਦੀ ਹੈ ਲੇਕਿਨ ਉਸ ਨੂੰ ਕੁਆਲੀਫਾਈ ਕਰਨਾ ਜ਼ਰੂਰੀ ਹੈ। ਇਸ ਦੇ ਨਾਲ ਉਹਨਾਂ ਨੂੰ ਬਲਕੌਰ ਸਿੰਘ ਉਹਨਾਂ ਦਾ ਕਿੰਨਾ ਕੁ ਸਾਥ ਮਿਲਦਾ ਹੈ। ਬਲਕੌਰ ਸਿੰਘ ਵੀ ਬਹੁਤ ਹੀ ਨਪੇ ਤੁਲੇ ਸ਼ਬਦਾਂ ਦੇ ਵਿੱਚ ਅਜੇ ਤੱਕ ਹਮੇਸ਼ਾ ਗੱਲ ਕਰਦੇ ਆਏ ਨੇ। ਉਹਨਾਂ ਨੇ ਵੀ ਖੁੱਲ੍ਹ ਕੇ ਬਹੁਤ ਸੇ ਅਜਿਹੇ ਨਾਂ ਲੈਣ ਦੇ ਵਿੱਚ ਕਈ ਮਹੀਨੇ ਲਾਏ ਨੇ। ਸੋ ਜੇ ਨਵਜੋਤ ਸਿੰਘ ਸਿੱਧੂ ਇੱਕ ਬ੍ਰੌਡਰ ਪੋਲੀਟੀਕਲ ਕੌਂਸਪੀਰੇਸੀ ਦੇ ਤਹਿਤ ਸਿੱਧੂ ਮੂਸੇਵਾਲਾ ਦੇ ਕਤਲ ਦੀ ਗੱਲ ਕਰ ਰਹੇ ਨੇ ਤਾਂ ਉਸ ਨੂੰ ਕੁਆਲੀਫਾਈ ਆਉਣ ਵਾਲੇ ਦਿਨਾਂ ਵਿੱਚ ਕਿਵੇਂ ਕਰਦੇ ਨੇ ਇਹ ਦੇਖਣਾ ਬਾਕੀ ਰਹੇਗਾ। ਜੀ ਰਿਤੇਸ਼ ਜੀ, ਇਸ ਦੇ ਨਾਲ ਹੀ ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਇਹ ਗੱਲ ਕਹੀ ਹੈ ਵੀ ਜਾਣ ਬੁੱਝ ਕੇ ਇੱਥੇ ਦਾ ਕਾਨੂੰਨ ਵਿਵਸਥਾ ਲਾਅ ਐਂਡ ਆਰਡਰ ਨੂੰ ਖਰਾਬ ਕੀਤਾ ਜਾ ਰਿਹਾ ਤਾਂ ਕਿ ਇਹ ਸਟੇਟ 'ਚ ਐਂ ਲੱਗੇ ਵੀ ਇੱਥੇ ਬਹੁਤ ਮਾੜੀ ਹਾਲਤ ਹੈ, ਇੱਥੇ ਨਾ ਕੋਈ ਇਨਵੈਸਟਮੈਂਟ ਆਵੇ ਨਾ ਇੱਥੇ ਕੋਈ ਹੋਰ ਚੰਗੇ ਤਰੀਕੇ ਦੀ ਪ੍ਰੋਗਰੈਸਿਵ ਗੱਲਬਾਤ ਹੋ ਸਕੇ। ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਸਰਕਾਰਾਂ ਦਾ ਕੰਮ ਤਾਂ ਹੁੰਦਾ ਵੀ ਬਚਾਉਣਾ, ਇੱਥੇ ਲੋਕ ਮਰ ਰਹੇ ਨੇ, ਸਰਕਾਰਾਂ ਹੀ ਮਾਰ ਰਹੀਆਂ ਨੇ, ਇਹ ਤਾਂ ਬਹੁਤ ਸੀਰੀਅਸ ਦੋਸ਼ ਨੇ। ਇਹ ਇਸ਼ਾਰਾ ਉਹ ਕਿੱਧਰ ਕਰ ਰਹੇ ਨੇ? ਸੂਬੇ ਸਰਕਾਰ ਵੱਲ ਕਰ ਰਹੇ ਨੇ, ਕੇਂਦਰ ਦੀ ਸਰਕਾਰ ਵੱਲ ਕਰ ਰਹੇ ਨੇ? ਇਹ ਬੜੇ ਵੱਡੇ ਦੋਸ਼ ਉਹ ਲਾ ਰਹੇ ਨੇ, ਗੱਲਾਂ ਕਹਿ ਰਹੇ ਨੇ, ਕਿਸ ਤੇ ਲਾ ਰਹੇ ਨੇ? ਦੇਖੋ ਇਸ਼ਾਰਾ ਤਾਂ ਉਹਨਾਂ ਦਾ ਕੇਂਦਰ ਵੱਲ ਹੀ ਹੋਏਗਾ। ਇਸ ਵਕਤ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੇਂਦਰ ਸਰਕਾਰ ਹੈ ਉਹ ਸਿੱਧੇ ਤਰੀਕੇ ਨਾਲ ਉਹਨਾਂ ਵੱਲ ਇਸ਼ਾਰਾ ਕਰ ਰਿਹਾ ਹੈ। ਲੇਕਿਨ ਮੈਂ ਫਿਰ ਉਸੇ ਗੱਲ ਤੇ ਵਾਪਸ ਆਉਣਾ, ਇਸ ਇਲਜ਼ਾਮ ਨੂੰ, ਇਸ ਸਿਆਸੀ ਦੂਸ਼ਣ ਨੂੰ, ਆਰੋਪ ਨੂੰ ਉਹ ਸਾਬਤ ਕਿਵੇਂ ਕਰਨਗੇ ਜਾਂ ਕੋਈ ਵੀ ਕਿਵੇਂ ਸਾਬਤ ਕਰੇਗਾ? ਇਹ ਗੱਲਬਾਤ ਕਹਿਣੀ ਬਹੁਤ ਸੌਖੀ ਹੁੰਦੀ ਹੈ ਕਿ ਪਿੱਛੇ ਰਾਜਸੀ ਸਾਜ਼ਿਸ਼ ਹੈ, ਤੇ ਮੈਨੂੰ ਲੱਗਦਾ ਕਿ ਇਹ ਜਿਹੜੇ ਲੀਡਰ ਹੈਗੇ ਨੇ ਇਹਨਾਂ ਕੋਲ ਅਜਿਹੇ ਬਹੁਤ ਸੇ ਸਰੋਤ ਹੁੰਦੇ ਨੇ, ਬਹੁਤ ਸੇ ਰਿਸੋਰਸਿਸ ਹੁੰਦੇ ਨੇ। ਜੇ ਐਡੇ ਵੱਡੇ ਇਲਜ਼ਾਮ ਇਹ ਲਾ ਰਹੇ ਨੇ ਤੇ ਇਹਨੂੰ ਕੁਆਲੀਫਾਈ ਕਰਨਾ ਇਹਨਾਂ ਨੂੰ ਚਾਹੀਦਾ ਹੈ। ਇਹਨਾਂ ਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਇਹ ਤੱਥਾਂ ਨੂੰ ਲੈ ਕੇ ਆਉਣਾ ਚਾਹੀਦਾ ਹੈ। ਹੁਣ ਇੱਕ ਸੀਕੁਐਂਸ ਨੂੰ ਵੇਖ ਕੇ ਤਾਂ ਕੋਈ ਵੀ ਗੱਲ ਕਰ ਸਕਦਾ। ਆਮ ਤੌਰ ਤੇ ਇੱਕ ਲੇਮੈਨ ਜਿਹੜਾ ਸੜਕ ਦੇ ਉੱਤੇ ਤੁਰਿਆ ਜਾ ਰਿਹਾ ਹੈ, ਜੇ ਤੁਸੀਂ ਉਹਦੇ ਮੂੰਹੋਂ ਵੀ ਗੱਲ ਕਢਾਉਣੀ ਹੈ ਜਾਂ ਉਹਨੇ ਵੀ ਇਹ ਗੱਲ ਮਹਿਸੂਸ ਕਰਕੇ ਕਹੀ ਜਾ ਸਕਦੀ ਹੈ। ਲੇਕਿਨ ਵੱਡਾ ਸਵਾਲ ਇਹ ਹੈ ਕਿ ਇਸ ਚੀਜ਼ ਨੂੰ ਤੁਸੀਂ ਸਾਬਤ ਕਿਵੇਂ ਕਰੋਗੇ? ਤੁਸੀਂ ਲੋਕਾਂ ਨੂੰ ਕਨਵਿੰਸ ਕਿਵੇਂ ਕਰੋਗੇ ਕਿ ਨਹੀਂ ਜੀ ਇਹ ਜਿਹੜੀ ਗੱਲਬਾਤ ਹੈਗੀ ਹੈ ਇਹ ਆਈਸੋਲੇਟਿਡ ਘਟਨਾਵਾਂ ਨਹੀਂ ਹੈਗੀਆਂ ਨੇ, ਐਵੇਂ ਕੁਝ ਗੈਂਗਸਟਰ ਆ ਕੇ ਸਿੱਧੂ ਮੂਸੇਵਾਲਾ ਨੂੰ ਕਤਲ ਨਹੀਂ ਕਰ ਦਿੰਦੇ, ਬਲਕਿ ਇਹਦੇ ਪਿੱਛੇ ਤਾਂ ਇੱਕ ਪਲੈਨਿੰਗ ਹੈ ਤੇ ਪੰਜਾਬ ਨੂੰ ਬਦਨਾਮ ਕਰਨ ਦੀ ਪਲੈਨਿੰਗ ਹੈ। ਆਪਾਂ ਕਈ ਘਟਨਾਵਾਂ ਦੇ ਵਿੱਚ ਕਈ ਅਜਿਹੀਆਂ ਜਿਹੜੇ ਇੰਸੀਡੈਂਟਸ ਹੋਏ, ਹਾਲ ਹੀ ਵਿੱਚ ਲਾਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਆਉਂਦੀ ਆ ਆਪਾਂ ਉਸ ਵਿੱਚ ਵੇਖਿਆ ਵੀ ਕਿਸ ਤਰੀਕੇ ਦੇ ਨਾਲ ਜੇਲ੍ਹ ਦੇ ਵਿੱਚੋਂ ਬੈਠ ਕੇ ਇੰਟਰਵਿਊ ਕਰਵਾਏ ਗਏ। ਉਹ ਐਵੇਂ ਇਤਫਾਕ ਨਹੀਂ ਸੀ ਕਿ ਲਾਰੈਂਸ ਬਿਸ਼ਨੋਈ ਤੇ ਪੱਤਰਕਾਰ ਦਾ ਆਪਸ ਦਾ ਰਾਬਤਾ ਐਡਾ ਚੰਗਾ ਸੀ ਕਿ ਹੋਰ ਸਾਰੇ ਸਿਸਟਮ ਨੂੰ ਗੱਚਾ ਦੇ ਕੇ ਉਹਨਾਂ ਨੇ ਇੰਟਰਵਿਊ ਕਰ ਲਏ। ਸੋ ਅਜਿਹੇ ਜਿਹੜੇ ਘਟਨਾਵਾਂ ਇਸ਼ਾਰਾ ਕਰਦੀਆਂ ਨੇ। ਸੋ ਸਿੱਧੂ ਮੂਸੇਵਾਲਾ ਦੇ ਕਤਲ ਦੇ ਨਾਲ ਜੁੜੀ ਹੋਈ ਇੱਕ ਸੀਰੀਜ਼ ਆਫ ਇਵੈਂਟਸ ਹੈ ਜਿਨ੍ਹਾਂ ਦੇ ਵਿੱਚ ਹੋਰ ਗਹਿਰਾਈ ਦੇ ਵਿੱਚ ਵੜਨ ਦੀ ਲੋੜ ਹੈ। ਤੇ ਸਭ ਤੋਂ ਵੱਡੀ ਗੱਲ ਹੈ ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਦੇ ਵਿੱਚੋਂ ਆਉਣ ਤੋਂ ਬਾਅਦ ਇੱਕ ਜਿਹੜਾ ਹੌਸਲਾ ਪਰਿਵਾਰ ਨੂੰ ਜ਼ਰੂਰ ਮਿਲਦਾ ਹੈ, ਕਿਉਂਕਿ ਇੱਕ ਵੱਡਾ ਲੀਡਰ ਜਦੋਂ ਆ ਕੇ ਨਾਲ ਖੜਾ ਹੋ ਜਾਂਦਾ ਹੈ। ਲੀਡਰ ਤਾਂ ਕਾਂਗਰਸ 'ਚ ਪਹਿਲਾਂ ਵੀ ਸੀਗੇ, ਪ੍ਰਤਾਪ ਸਿੰਘ ਬਾਜਵਾ, ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਲੇਕਿਨ ਨਵਜੋਤ ਸਿੰਘ ਸਿੱਧੂ ਦਾ ਕੱਦ ਤੇ ਉਹਨਾਂ ਦੀ ਗੱਲਬਾਤ ਦਾ ਵਜ਼ਨ ਇੱਕ ਵੱਖਰੇ ਲੈਵਲ ਦੇ ਉੱਤੇ ਇਸ ਪੂਰੀ ਦੀ ਪੂਰੀ ਜਦੋਜਹਿਦ ਨੂੰ ਬਲਕੌਰ ਸਿੰਘ ਜੀ ਜਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਨੂੰ ਲਿਜਾ ਸਕਦਾ ਹੈ। ਸੋ ਸਿੱਧੂ ਮੂਸੇਵਾਲਾ ਦਾ ਪਰਿਵਾਰ ਨੂੰ ਸਾਥ ਮਿਲਣਾ ਤੇ ਜੇ ਇੱਕ ਸਹੀ ਲੀਹ ਦੇ ਉੱਤੇ ਤੁਰਦਿਆਂ ਹੋਇਆ ਇੱਕ ਸਹੀ ਢੰਗ ਦੇ ਨਾਲ ਉਹ ਵਾਲੇ ਮੁੱਦਿਆਂ ਨੂੰ, ਉਹ ਵਾਲੇ ਨੁਕਤਿਆਂ ਨੂੰ ਪਬਲਿਕ ਡੋਮੇਨ ਦੇ ਵਿੱਚ ਸਿੱਧੂ ਚੁੱਕਦੇ ਨੇ, ਨਵਜੋਤ ਸਿੰਘ ਸਿੱਧੂ ਚੁੱਕਦੇ ਨੇ। ਅਤੇ ਮੈਨੂੰ ਲੱਗਦਾ ਕਿ ਫਿਰ ਉਹ ਜਿਹੜਾ ਪ੍ਰੈਸ਼ਰ ਹੈ, ਦਬਾਅ ਹੈ ਸਰਕਾਰ ਦੇ ਉੱਤੇ ਬਣਾਉਣ ਦੀ ਗੱਲ ਹੈ। ਜਿਵੇਂ ਵਿਧਾਨ ਸਭਾ ਦੇ ਵਿੱਚ ਅਮਨ ਅਰੋੜੇ ਨੇ ਖੁੱਲ੍ਹੇਆਮ ਹੀ ਕਲੀਨ ਚਿੱਟ ਦਿੱਤੀ। ਹੁਣ ਉਹ ਜਿਹੜੇ ਮੁੱਦਿਆਂ ਦੇ ਉੱਤੇ ਬਲਤੇਜ ਪੰਨੂ ਦੀ ਭੂਮਿਕਾ, ਸੁਰੱਖਿਆ ਸੂਚੀਆਂ ਦੇ ਵੇਰਵੇ ਲੀਕ ਹੋਣਾ, ਉਹ ਜਾਣਕਾਰੀਆਂ ਦਾ ਪਬਲਿਕ ਡੋਮੇਨ ਦੇ ਵਿੱਚ ਜਾਣਾ, ਇਹ ਅਜਿਹੇ ਮੁੱਦੇ ਨੇ ਜਿਸ ਉੱਤੇ ਕਿ ਸਿਆਸੀ ਦਬਾਅ ਬਣਨਾ ਚਾਹੀਦਾ ਸੀ। ਮੈਨੂੰ ਹੈਰਾਨੀ ਹੈ ਕਿ ਕਾਂਗਰਸ ਪਾਰਟੀ, ਅਮਰਿੰਦਰ ਸਿੰਘ ਰਾਜਾ ਵੜਿੰਗ ਪਾਰਟੀ ਪ੍ਰਧਾਨ ਵੀ ਹੈਗੇ ਨੇ ਤੇ ਉਹ ਸਿੱਧੂ ਮੂਸੇਵਾਲਾ ਨੂੰ ਲਿਜਾਣ ਵਾਲੇ ਵੀ ਹੈਗੇ ਨੇ, ਲੇਕਿਨ ਉਹਨਾਂ ਨੇ ਇਸ ਮੁਤਲਕ ਕੋਈ ਅਜਿਹੇ ਤਿੱਖੇ ਬਿਆਨ ਨਹੀਂ ਦਿੱਤੇ, ਕੋਈ ਅਜਿਹੀ ਲਾਮਬੰਦੀ ਨਹੀਂ ਉਹ ਕਰ ਪਾਏ। ਸੋ ਅੱਜ ਕਿਤੇ ਨਾ ਕਿਤੇ ਇਹ ਚੀਜ਼ ਦੀ ਘਾਟ ਮਹਿਸੂਸ ਹੋ ਰਹੀ ਸੀ ਵੀ ਇੱਕ ਮਜ਼ਬੂਤ ਲੀਡਰ ਇੱਕ ਆਵਾਜ਼ ਬਣੇ ਉਸ ਸੈਂਟੀਮੈਂਟ ਦੀ, ਜੋ ਕਿ ਇਕੱਲਾ ਸਿੱਧੂ ਮੂਸੇਵਾਲਾ ਦੇ ਫੈਨਸ ਦਾ ਜਾਂ ਉਹਨਾਂ ਦੇ ਪਰਿਵਾਰ ਦਾ ਸੈਂਟੀਮੈਂਟ ਨਹੀਂ ਹੈ, ਬਲਕਿ ਬਹੁਤ ਸੇ ਅਜਿਹੇ ਲੋਕ ਜੋ ਸਿੱਧੂ ਮੂਸੇਵਾਲਾ ਨੂੰ ਸ਼ਾਇਦ ਉਸ ਦੀ ਗਾਇਕੀ ਦੇ ਐਡੇ ਮੁਰੀਦ ਨਹੀਂ ਹੈਗੇ ਨੇ, ਕੋਈ ਫੈਨ ਨਹੀਂ ਹੈਗੇ ਨੇ, ਲੇਕਿਨ ਇਹ ਜ਼ਰੂਰ ਮਹਿਸੂਸ ਕਰਦੇ ਨੇ ਕਿ ਜੇ ਇਸ ਤਰੀਕੇ ਦੀ ਘਟਨਾ ਹੋਈ ਹੈ, ਇਸ ਤਰੀਕੇ ਦੀ ਕੋਤਾਹੀਆਂ ਹੋਈਆਂ, ਸੁਰੱਖਿਆ ਦੀ ਡਿਟੇਲਸ, ਸੁਰੱਖਿਆ ਹਟਾਉਣ ਤੋਂ ਲੈ ਕੇ ਉਸਦੇ ਵੇਰਵੇ ਸਾਂਝੇ ਕਰਨ ਤੋਂ ਲੈ ਕੇ ਇੱਕ ਤੋਂ ਬਾਅਦ ਇੱਕ ਸੀਰੀਜ਼ ਆਫ ਲੈਪਸਸ ਹੁੰਦੇ ਚਲੇ ਗਏ ਤੇ ਉਸ ਲਈ ਕਿਸ ਨੂੰ ਦੋਸ਼ੀ ਨਹੀਂ ਅੱਜ ਤੱਕ ਠਹਿਰਾਇਆ ਗਿਆ, ਕੋਈ ਜਾਂਚ ਕਮਿਸ਼ਨ ਨਹੀਂ ਉਸ ਵਿਸ਼ੇ ਦੇ ਉੱਤੇ ਬਣ ਸਕੇ। ਸੋ ਅੱਜ ਨਵਜੋਤ ਸਿੰਘ ਸਿੱਧੂ ਲੌਜੀਕਲੀ ਗੱਲਾਂ ਨੂੰ ਚੁੱਕਦੇ ਨੇ ਤਾਂ ਠੀਕ ਹੈ, ਅਦਰਵਾਈਜ਼ ਜੇ ਸਿਰਫ ਸੁਰਖੀਆਂ ਬਟੋਰਨ ਲਈ ਜਾਂ ਪ੍ਰੈਸ ਕਾਨਫਰੰਸਾਂ ਕਰਨ ਲਈ ਇਹ ਨੁਕਤਿਆਂ ਨੂੰ ਉਛਾਲਣਾ ਹੈ ਜਾਂ ਕਹਿਣਾ ਕਿ ਤੁਕ ਬਣਾਉਣਾ ਤੇ ਗੱਲ ਕਰਨੀ ਹੈ ਤਾਂ ਫਿਰ ਉਹ ਵੱਖਰੀ ਗੱਲ ਹੈ। ਲੇਕਿਨ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਦੇ ਵਿੱਚ ਉਹ ਪੋਟੈਂਸ਼ੀਅਲ ਹੈ ਕਿ ਇਸ ਗੱਲਬਾਤ ਨੂੰ ਇੱਕ ਨਵੇਂ ਸਿਖਰ ਤੇ ਜਾਂ ਇੱਕ ਨਵੇਂ ਮੁਕਾਮ ਤੇ ਲਿਜਾ ਸਕਦੇ ਨੇ। ਗੱਲਬਾਤ ਨੂੰ ਹਵਾ ਵਿੱਚੋਂ ਲਟਕਣ ਦੇਣਗੇ ਨਹੀਂ ਜਾਂ ਉਹਨਾਂ ਨੂੰ ਦੇਣਾ ਨਹੀਂ ਚਾਹੀਦਾ।
ਜੀ ਰਿਤੇਸ਼ ਜੀ, ਗੈਂਗਸਟਰਾਂ ਦਾ ਮੁੱਦਾ ਵੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਪ੍ਰੈਸ ਕਾਨਫਰੰਸ ਚੱਕਿਆ। ਉਹਦੇ 'ਚ ਉਹਨਾਂ ਨੇ ਕਿਹਾ ਹੈ ਵੀ ਗੈਂਗਸਟਰਿਜ਼ਮ ਜੇ ਖਤਮ ਕਰਨਾ ਹੈ ਤਾਂ ਜੇਲ੍ਹਾਂ ਦੇ ਅੰਦਰ ਵੱਡੇ ਕਰੋੜਾਂ ਰੁਪਏ ਦੇ ਜਿਹੜੇ ਹੈਗੇ ਜੈਮਰ ਸੈਟਲਾਈਟ ਜਿਹੜਾ ਸਿਸਟਮ ਹੈ ਉਹ ਲਾਉਣਾ ਚਾਹੀਦਾ ਹੈ। ਕੋਈ ਵੀ ਫੋਨ ਨਹੀਂ ਵਰਤਿਆ ਜਾਊਗਾ। ਬਾਹਰਲੇ ਦੇਸ਼ਾਂ ਜਿਵੇਂ ਹੁੰਦਾ ਉਹੀ ਜਿਹੀਆਂ ਚੀਜ਼ਾਂ ਸਰਕਾਰਾਂ ਨੂੰ ਕਰਨੀਆਂ ਚਾਹੀਦੀਆਂ। ਮਨਸ਼ਾ ਹੈ ਨਹੀਂ ਕਿ ਤੁਹਾਨੂੰ ਲੱਗਦਾ ਵੀ ਇਕੱਲਾ ਗੈਂਗਸਟਰਿਜ਼ਮ ਇਹ ਮਹਿੰਗੀਆਂ ਸੈਟਲਾਈਟਾਂ ਲਾਉਣ ਨਾਲ ਜਾਂ ਜੈਮਰ ਲਾਉਣ ਨਾਲ ਖਤਮ ਹੋ ਸਕਦਾ? ਚਲੋ, ਨਵਜੋਤ ਸਿੰਘ ਸਿੱਧੂ ਖੁਦ ਜੇਲ੍ਹ ਦੇ ਵਿੱਚੋਂ ਆਏ ਨੇ ਜੀ, ਤੇ ਆਪਾਂ ਉਹਨਾਂ ਨੂੰ ਇੰਨਾ ਕੁ ਸ਼੍ਰੇ ਦਈਏ ਕਿ ਉਹ ਜੇਲ੍ਹ ਦੇ ਵਿੱਚ ਫਸਟ ਹੈਂਡ ਹਾਲਾਤ ਵੇਖ ਕੇ ਆਏ ਨੇ। ਦੇਖੋ, ਜੇਲ੍ਹ ਦੇ ਵਿੱਚ ਰਹਿਣਾ, ਉੱਥੇ ਰਹਿ ਕੇ ਕ੍ਰਿਮੀਨਲਸ ਦੇ ਨਾਲ ਤੁਸੀਂ ਆਪਣਾ ਸਮਾਂ ਬਤੀਤ ਕਰਦੇ ਹੋ, ਜੇਲ੍ਹ ਦਾ ਮਾਹੌਲ ਦੇਖਦੇ ਹੋ, ਜੇਲ੍ਹ ਦੇ ਵਿੱਚ ਕੀ ਕੁਝ ਹੋ ਰਿਹਾ, ਤੁਹਾਨੂੰ ਉਹਦੇ ਬਾਰੇ ਬਹੁਤ ਫਰੈਸ਼ ਇਨਪੁਟਸ ਮਿਲਦੀਆਂ ਨੇ। ਤੇ ਇਹ ਜੇਲ੍ਹ ਦਾ ਜਿਹੜਾ ਦੌਰਾ ਹੈ, ਚਲੋ ਇੱਕ ਅਨਫੋਰਚੂਨੇਟ ਇਨਸੀਡੈਂਟ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੋਇਆ, ਤੇ ਉਸ ਤੋਂ ਬਾਅਦ ਉਹਨਾਂ ਨੂੰ ਸਜ਼ਾ ਮਿਲੀ, ਘੱਟ ਮਿਲੀ, ਵੱਧ ਮਿਲੀ, ਇੱਕ ਵੱਖਰਾ ਵਿਵਾਦ ਦਾ ਵਿਸ਼ਾ ਹੋ ਸਕਦਾ ਹੈ। ਲੇਕਿਨ ਉਹਨਾਂ ਨੂੰ ਮੌਕਾ ਮਿਲਿਆ ਜੇਲ੍ਹ ਦੇ ਵਿੱਚ ਜਾਣ ਦਾ ਤੇ ਜੇਲ੍ਹ ਦੇ ਜ਼ਿੰਦਗੀ ਨੂੰ ਨੇੜਿਓਂ ਦੇਖਣ ਦਾ। ਸੋ ਅੱਜ ਜੇਲ੍ਹ ਦੇ ਬਾਰੇ ਕਮੈਂਟ ਕਰਨ ਦੇ ਵਿੱਚ ਵੀ ਉਹ ਮੈਨੂੰ ਲੱਗਦਾ ਜ਼ਿਆਦਾ ਕੁਆਲੀਫਾਈਡ ਹੋਣੇ ਚਾਹੀਦੇ ਨੇ। ਉਹਨਾਂ ਨੂੰ ਇਸ ਚੀਜ਼ ਦਾ ਫਸਟ ਹੈਂਡ ਜਾਣਕਾਰੀ ਹੈ। ਮੈਂ ਇਹ ਪ੍ਰਜ਼ਿਊਮ ਕਰਦਾ ਜਦੋਂ ਗੱਲਬਾਤ ਕਰ ਰਹੇ ਨੇ। ਲੇਕਿਨ ਇਹ ਸਾਰੀਆਂ ਚੀਜ਼ਾਂ ਜਿਹੜੀ ਟੈਕਨੋਲੋਜੀਕਲ ਇੰਟਰਵੈਂਸ਼ਨਸ ਹੈਗੀਆਂ ਉਹਨਾਂ ਦੀ ਗੱਲਾਂ ਉਹ ਕਰ ਰਹੇ ਨੇ, ਮਤਲਬ ਇਹ ਮੇਰੇ ਹਿਸਾਬ ਨਾਲ ਬੜੀਆਂ ਸੀਮਿਤ ਨੇ। ਹੁਣ ਬਠਿੰਡੇ ਦੀ ਹਾਈ ਸਿਕਿਉਰਿਟੀ ਜੇਲ੍ਹ ਦੇ ਵਿੱਚ ਜੈਮਰ ਵੀ ਨਹੀਂ ਚੱਲਦੇ, ਕੁਝ ਨਹੀਂ ਚੱਲਦਾ, ਲੇਕਿਨ ਉੱਥੋਂ ਵੀ ਜੇ ਲਾਰੈਂਸ ਬਿਸ਼ਨੋਈ ਦੀ ਇੱਕ ਇੰਟਰਵਿਊ ਹੋ ਜਾਂਦੀ ਹੈ ਤਾਂ ਆਪਾਂ ਇਸ ਨੂੰ ਕਿਸ ਦਾ ਫੇਲਿਅਰ ਕਹਾਂਗੇ? ਜੇ ਨੀਅਤਾਂ ਸਾਫ਼ ਨਾ ਹੋਣ, ਸਰਕਾਰ ਨੇ ਨੀਅਤਾਂ ਹੀ ਆਪਣੀਆਂ ਖੋਟੀਆਂ ਰੱਖੀਆਂ ਹੋਈਆਂ ਹੋਣ, ਤਾਂ ਫਿਰ ਉਸ ਤੋਂ ਬਾਅਦ ਤਾਂ ਫਿਰ ਕੁਝ ਵੀ ਹੋ ਸਕਦਾ ਹੈ। ਫਿਰ ਜੇਲ੍ਹਾਂ ਦੇ ਜੈਮਰ ਨੇ ਕੀ ਕਰ ਦੇਣਾ? ਮਸ਼ੀਨ ਇਜ਼ ਐਜ਼ ਗੁੱਡ ਐਜ਼ ਦ ਮੈਨ ਬਿਹਾਈਂਡ ਅ ਮਸ਼ੀਨ। ਸੋ ਤੁਹਾਡੇ ਜੈਮਰ, ਤੁਹਾਡੀ ਮਸ਼ੀਨਾਂ, ਤੁਹਾਡੇ ਇਕੁਇਪਮੈਂਟਸ, ਤੁਹਾਡੇ ਹਥਿਆਰ, ਔਜ਼ਾਰ, ਇਹ ਸਾਰੇ ਦੇ ਸਾਰੇ ਵੇਸਟ ਨੇ ਐਜ਼ ਲੌਂਗ ਐਜ਼ ਜਦ ਤੱਕ ਉਹਦੇ ਪਿੱਛੇ ਬੈਠਾ ਜਿਹੜਾ ਬੰਦਾ ਹੈ ਉਹ ਕਾਬਲ ਨਹੀਂ ਹੈ ਚਲਾਉਣ ਵਾਲਾ, ਜਾਂ ਉਸ ਦੀ ਆਪਣੀ ਨੀਅਤ ਸਾਫ਼ ਨਹੀਂ ਹੈ। ਇਹ ਸਥਿਤੀ ਹੈ। ਲੇਕਿਨ ਇੱਕ ਜਿਹੜੀ ਗੱਲ ਜਿਸ ਦੇ ਵੱਲ ਮੈਂ ਚਾਹਾਂਗਾ ਕਿ ਆਪਾਂ ਜ਼ਰੂਰ ਫੋਕਸ ਕਰੀਏ, ਨਵਜੋਤ ਸਿੰਘ ਸਿੱਧੂ ਨੇ ਕੁੰਵਰ ਵਿਜੇ ਪ੍ਰਤਾਪ ਦਾ ਜ਼ਿਕਰ ਕੀਤਾ। ਇਹ ਗੱਲ ਕਹੀ ਕਿ ਆਪਾਂ ਵੀ ਪਹਿਲਾਂ ਕਈ ਮੰਚਾਂ ਤੋਂ ਇਹ ਗੱਲਬਾਤ ਨੂੰ ਕੀਤਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਵਰਗੇ MLA ਹੁਣ ਤਾਂ ਉਹ ਬਣ ਚੁੱਕੇ ਨੇ, ਲੇਕਿਨ ਇੱਕ ਐਕਸਪੀਰੀਅੰਸਡ ਪੁਲਿਸ ਅਫੀਸ਼ੀਅਲ ਜੋ ਕਿ ਰਹਿ ਚੁੱਕੇ ਨੇ, ਆਪਣਾ ਅਹੁਦਾ ਛੱਡ ਕੇ ਆਏ ਨੇ, ਪੰਜਾਬ ਦੇ ਵਿੱਚ ਐਡੇ ਭਖਦੇ ਹੋਏ ਲਾਅ ਐਂਡ ਆਰਡਰ ਦੇ ਨਾਲ ਜੁੜੇ ਹੋਏ, ਬੇਅਦਬੀਆਂ ਦੇ ਇਨਸਾਫ ਦੇ ਨਾਲ ਜੁੜੇ ਹੋਏ ਮਸਲੇ ਹੋਣ, ਗੈਂਗਸਟਰਸ, ਡਰੱਗਸ ਦੇ ਵਿਸ਼ੇ, ਇਹ ਸਭ ਦੇ ਉੱਤੇ ਇੱਕ ਬੜੀ ਵੱਖਰੇ ਕਿਸਮ ਦੀ ਪਕੜ ਹੈ ਕੁੰਵਰ ਵਿਜੇ ਪ੍ਰਤਾਪ ਦੀ। ਲੇਕਿਨ ਸਰਕਾਰ ਉਹਨਾਂ ਨੂੰ ਇਸਤੇਮਾਲ ਕਿਉਂ ਨਹੀਂ ਕਰ ਪਾ ਰਹੀ, ਉਹਨਾਂ ਦੀ ਵਰਤੋਂ ਕਿਉਂ ਨਹੀਂ ਕਰ ਪਾ ਰਹੀ? ਇਸ ਚੀਜ਼ ਨੂੰ ਨਵਜੋਤ ਸਿੰਘ ਸਿੱਧੂ ਨੇ ਬਹੁਤ ਹੀ ਬਾਖੂਬੀ ਚੁੱਕਿਆ ਤੇ ਗੱਲ ਉਹਨਾਂ ਨੇ ਸਹੀ ਦੱਸੀ ਕਿ ਲੜ ਕੇ, ਇਨਫੈਕਟ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਸ ਵਕਤ ਨਵਜੋਤ ਸਿੰਘ ਸਿੱਧੂ ਦਾ ਉਸ ਦੌਰ ਦੇ ਵਿੱਚ, ਬਾਅਦ ਦੇ ਵਿੱਚ ਇਹਨਾਂ ਦੇ ਵੀ ਕੁੰਵਰ ਵਿਜੇ ਪ੍ਰਤਾਪ ਨਾਲ ਕੋਈ ਜ਼ਿਆਦਾ ਚੰਗੇ ਸੰਬੰਧ ਨਹੀਂ ਰਹੇ, ਲੇਕਿਨ ਉਸ ਵਕਤ ਇੱਕ ਅਜਿਹਾ ਸਮਾਂ ਆਇਆ ਸੀ ਜਦੋਂ ਕੁੰਵਰ ਵਿਜੇ ਪ੍ਰਤਾਪ ਨੂੰ ਕਾਫੀ ਥਾਪੜਾ ਬੈਕਿੰਗ ਜਿਹੜੀ ਸੀ ਨਵਜੋਤ ਸਿੰਘ ਸਿੱਧੂ ਨੇ ਦਿੱਤੀ ਸੀ। ਸੋ ਇਹੀ ਕਾਰਨ ਸੀ ਕਿ ਕੁੰਵਰ ਵਿਜੇ ਪ੍ਰਤਾਪ ਸਰਵਾਈਵ ਕਰਦੇ ਹੈ। ਲక్ష్ਮੀਕਾਂਤ ਚਾਵਲਾ ਤੇ ਨਵਜੋਤ ਸਿੰਘ ਸਿੱਧੂ ਵਰਗੇ ਲੀਡਰਾਂ ਨੇ, ਉਸ ਵਕਤ SSP ਹੁੰਦਾ ਸੀ, ਕਮਿਸ਼ਨਰ ਨਹੀਂ ਹੁੰਦਾ ਸੀ ਅੰਮ੍ਰਿਤਸਰ ਦਾ, ਸੋ ਕੁੰਵਰ ਵਿਜੇ ਪ੍ਰਤਾਪ ਨੂੰ ਕਾਫੀ ਬੈਕਅਪ ਦਿੱਤਾ, ਜਿਸ ਤੋਂ ਬਾਅਦ ਕਿ ਉਹ ਟਿਕ ਪਾਏ। ਹਾਲਾਂਕਿ ਬਾਅਦ ਦੇ ਵਿੱਚ ਅਨਿਲ ਜਿਹੜਾ ਜੋਸ਼ੀ ਹੈ, ਇੱਕ BJP ਦਾ ਲੀਡਰ ਜੋ ਕਿ ਹੁਣ ਅਕਾਲੀ ਦਲ ਵੀ ਸ਼ਾਮਲ ਹੋ ਚੁੱਕੇ ਨੇ, ਉਹਨਾਂ ਦੇ ਨਾਲ ਵੀ 36 ਦਾ ਅੰਕੜਾ ਰਿਹਾ ਕੁੰਵਰ ਵਿਜੇ ਪ੍ਰਤਾਪ ਦਾ। ਸੋ ਉਹ ਸਾਰੀਆਂ ਗੱਲਾਂ ਬਾਤਾਂ ਉਸ ਪੂਰੇ ਦੌਰ ਦੇ ਵਿੱਚ ਇੱਕ ਸਪੋਰਟ ਕੁੰਵਰ ਵਿਜੇ ਪ੍ਰਤਾਪ ਨੂੰ ਦਿੱਤੀ। ਬਾਅਦ ਦੇ ਵਿੱਚ ਇਹਨਾਂ ਦੇ ਆਪਸ ਦੇ ਵਿੱਚ ਵੀ ਕੋਈ ਸੰਬੰਧ ਓਡੇ ਬੈਟਰ ਨਹੀਂ ਰਹਿ ਪਾਏ। ਲੇਕਿਨ ਅੱਜ ਜੇ ਗੱਲ ਕਹਿ ਰਹੇ ਹੈਗੇ ਨੇ ਕਿ ਕੁੰਵਰ ਵਿਜੇ ਪ੍ਰਤਾਪ ਵਰਗੇ ਅਫਸਰ ਨੂੰ ਮੁੱਖ ਮੰਤਰੀ ਕਿਉਂ ਨਹੀਂ ਵਰਤ ਪਾ ਰਹੇ, ਕਿਉਂ ਉਸ ਨੂੰ ਸਹੀ ਤਰੀਕੇ ਦੇ ਨਾਲ ਉਸ ਤੋਂ ਸਹੀ ਕੰਮ ਨਹੀਂ ਲਿਆ ਜਾ ਪਾ ਰਿਹਾ, ਇਹ ਬੜਾ ਵੱਡਾ ਟੈਲਿੰਗ ਕਮੈਂਟ ਹੈ। ਤੇ ਭਗਵੰਤ ਮਾਨ ਬਤੌਰ ਮੁੱਖ ਮੰਤਰੀ, ਬਤੌਰ ਸਰਕਾਰ ਦੇ ਮੁਖੀਆ ਹੋਣ ਦੇ ਨਾਤੇ ਇਸ ਚੀਜ਼ ਨੂੰ ਪਹਿਲਾਂ ਵੀ ਇਸ ਚੀਜ਼ ਦਾ ਜਵਾਬ ਦੇਣ ਲਈ ਲੋਕਾਂ ਦੇ ਸਾਹਮਣੇ ਪਾਬੰਦ ਸਨ। ਹਾਲਾਂਕਿ ਪ੍ਰੈਰੋਗੇਟਿਵ ਮੁੱਖ ਮੰਤਰੀ ਦਾ ਹੋਣਾ ਕਿਸ ਨੂੰ ਕੀ ਕੰਮ ਦੇਣਾ ਹੈ, ਲੇਕਿਨ ਜਦੋਂ ਤੁਹਾਡੇ ਕੋਲ ਇੱਕ ਸਹੀ ਬੰਦਾ ਬੈਠਾ ਹੈ ਜਿਸ ਤੋਂ ਤੁਸੀਂ ਕੰਮ ਲੈਣਾ ਹੈ, ਤੁਸੀਂ ਉਸ ਨੂੰ ਉਹ ਕੰਮ ਨਹੀਂ ਦੇ ਰਹੇ ਹੋ, ਤੁਸੀਂ ਉਸ ਤੋਂ ਕੰਮ ਲੈਣਾ, ਉਸ ਦੀ ਐਕਸਪਰਟੀਜ਼ ਦਾ ਇਸਤੇਮਾਲ ਕਰਨਾ ਨਹੀਂ ਚਾਹ ਰਹੇ ਹੋ। ਸੋ ਕਾਫੀ ਹੱਦ ਤੱਕ ਇੱਕ ਬਹੁਤ ਹੀ ਰੈਲੇਵੈਂਟ ਆਬਜ਼ਰਵੇਸ਼ਨ ਹੈ। ਮੈਨੂੰ ਲੱਗਦਾ ਇਸ ਚੀਜ਼ ਨੂੰ ਵੀ ਉਹਨਾਂ ਨੇ ਪ੍ਰਿਕ ਕੀਤਾ ਤੇ ਭਗਵੰਤ ਮਾਨ ਦੀ ਨਬਜ਼ ਨੂੰ ਥੋੜ੍ਹਾ ਜਿਹਾ ਸਮਝਦੇ ਨੇ ਸਿੱਧੂ। ਇਹਨਾਂ ਦਾ ਪੁਰਾਣਾ ਆਪਸ ਦੇ ਵਿੱਚ ਸੰਬੰਧ ਵੀ ਚੰਗੇ ਰਹੇ ਹੈਗੇ ਨੇ, ਆਪਸ ਦੇ ਵਿੱਚ ਰਿਸ਼ਤਾ ਚੰਗਾ ਰਿਹਾ ਹੈਗਾ, ਦੋਸਤੀ ਚੰਗੀ ਰਹੀ ਹੈਗੀ ਹੈ। ਸੋ ਮੈਨੂੰ ਲੱਗਦਾ ਵੀ ਉਹ ਜਿਹੜੀਆਂ ਗੱਲਾਂ ਕਹਿ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੁਤਲਕ, ਉਸ ਦੇ ਵਿੱਚ ਕਈ ਚੀਜ਼ਾਂ ਬਹੁਤ ਰੈਲੇਵੈਂਟ ਹੈਗੀਆਂ ਜਿਨ੍ਹਾਂ ਨੂੰ ਹੁਣ ਥੋੜ੍ਹਾ ਜਿਹਾ ਹੋਰ ਗੰਭੀਰਤਾ ਦੇ ਨਾਲ ਮੁੱਖ ਮੰਤਰੀ ਨੂੰ ਦੇਖਣ ਦੀ ਲੋੜ ਹੈ। ਤੇ ਜਿਹੜੀਆਂ ਗੱਲਾਂ ਬਾਤਾਂ ਉਹ ਕਹਿ ਰਹੇ ਨੇ ਆਪਣੇ ਅਨੁਭਵ ਤੋਂ ਕਹਿ ਰਹੇ ਨੇ, ਇਹਨਾਂ ਦੇ ਵਿੱਚ ਕੋਈ ਗਲਤ ਗੱਲ ਨਹੀਂ ਉਹਨਾਂ ਨੇ ਇਸ ਪ੍ਰੈਸ ਕਾਨਫਰੰਸ ਵਿੱਚ ਕੀਤੀ। ਉਹਨਾਂ ਦੀ ਜਿੰਨੀਆਂ ਵੀ ਗੱਲਾਂ ਬਾਤਾਂ ਕੀਤੀਆਂ ਗਈਆਂ ਨੇ ਉਹ ਸਹੀ ਐਕਸਪੈਕਟੇਸ਼ਨਸ ਹੈਗੀਆਂ ਨੇ, ਉਹੀ ਐਕਸਪੈਕਟੇਸ਼ਨਸ ਨੇ ਜੋ ਕਿ ਆਮ ਲੋਕਾਂ ਦੀਆਂ ਆਸਾਂ ਸਰਕਾਰ ਤੋਂ ਰਹੀਆਂ ਨੇ, ਲੇਕਿਨ ਸਰਕਾਰਾਂ ਦੇ ਕੰਨ 'ਤੇ ਜੂੰ ਜਿਹੜੀ ਹੈ ਉਹ ਨਹੀਂ ਸਰਕ ਰਹੀ ਹੈ। ਸੋ ਸਥਿਤੀ ਉੱਥੇ ਦੀ ਉੱਥੇ ਬਣੀ ਹੋਈ ਹੈ। ਲੇਕਿਨ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਆਪਣੀ ਇਸ ਗੱਲਬਾਤ ਨੂੰ ਜਾਂ ਆਪਣੇ ਜਿਹੜੇ ਇਹਨਾਂ ਦੇ ਸਿਆਸੀ ਇੱਕ ਏਜੰਡਾ ਹੈਗਾ ਲੈ ਕੇ ਹੁਣ ਨਵੇਂ ਸਿਰੇ ਤੋਂ ਮੈਦਾਨ ਵਿੱਚ ਉਤਰੇ ਨੇ, ਉਸ ਨੂੰ ਲਾਗੂ ਕਰਾਉਣ ਲਈ ਕਿੰਨੇ ਕੁ ਸੁਹਿਰਦ ਤੇ ਕਿੰਨੇ ਕੁ ਲਾਮਬੰਦ ਨਜ਼ਰ ਆਉਂਦੇ ਨੇ। ਜੀ ਰਿਤੇਸ਼ ਜੀ, ਜਿਵੇਂ ਤੁਸੀਂ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਕੀਤੀ ਕਿ ਉਹਨਾਂ ਦੀ ਨੌਲੇਜ, ਉਹਨਾਂ ਦੀ
ਐਕਸਪਰਟਾਈਜ਼ ਹੀ ਉਹਨਾਂ ਦਾ ਵੈਰੀ ਤਾਂ ਨਹੀਂ ਬਣ ਗਈ, ਕਿਉਂਕਿ ਬਹੁਤ ਵਾਰੀ ਜਿਹੜੇ ਬੰਦਿਆਂ ਨੂੰ ਨੌਲੇਜ ਹੁੰਦੀ ਹੈ, ਐਕਸਪਰਟਾਈਜ਼ ਹੁੰਦੀ ਹੈ ਇੱਕ ਕੰਮ ਦਾ, ਗੈਂਗਸਟਰ ਦੇ ਮੁੱਦੇ ਤੋਂ ਉਹਨਾਂ ਨੂੰ ਤਜਰਬਾ ਹੈ, ਜਾਂ ਓਵਰਆਲ ਜਿਵੇਂ ਇਨਵੈਸਟੀਗੇਸ਼ਨ ਕੇਸਾਂ ਦੀ ਹੁੰਦੀ ਉਹਨਾਂ ਦਾ ਉਸ ਚੀਜ਼ ਦਾ, ਪੁਲਿਸ ਨੂੰ ਲੈ ਕੇ ਉਹਨਾਂ ਦਾ ਤਜਰਬਾ ਹੈ, ਤਾਂ ਉਹ ਬੰਦਾ ਆਪਣੇ ਢੰਗ ਨਾਲ ਵੀ ਕੰਮ ਕਰਦਾ ਹੁੰਦਾ ਹੈ। ਉਹ ਕਹਿੰਦਾ ਵੀ ਮੈਨੂੰ ਵੀ ਆਉਂਦਾ, ਆਈ ਐਮ ਆਲਸੋ ਸਮਾਰਟ ਵਰਕਰ, ਮੈਂ ਉਵੇਂ ਕੰਮ ਕਰਨਾ ਹੈ। ਪਰ ਸਿਆਸਤ ਸਹੀ ਬੰਦਿਆਂ ਦੀ ਲੋੜ ਨਹੀਂ ਹੁੰਦੀ, ਪਪੇਟਸ ਦੀ ਲੋੜ ਹੁੰਦੀ ਹੈ। ਤਾਂ ਹੀ ਕਰਕੇ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਮੌਕਾ ਨਹੀਂ ਮਿਲ ਪਾ ਰਿਹਾ ਕਿ ਉਹ ਪੋਲੀਟੀਕਲੀ ਵੀ ਸਟੈਂਡ ਨਾ ਕਰ ਜਾਣ ਜੇ ਕੋਈ ਚੰਗੀ ਗੱਲ ਕਰ ਦਿੰਦੇ ਨੇ। ਦੇਖੋ, ਜਿਹੜੇ ਹੁਕਮਰਾਨ ਜਾਂ ਜਿਹੜੇ ਮੁੱਖ ਮੰਤਰੀ ਇਹ ਸੋਚਦੇ ਨੇ ਨਾ ਵੀ ਸਾਨੂੰ ਸਿਆਸਤ ਦੇ ਵਿੱਚ ਪਪੇਟ ਦੀ ਲੋੜ ਹੈਗੀ ਹੈ, ਉਹ ਫਿਰ ਬਾਅਦ ਦੇ ਵਿੱਚ ਪਪੇਟ ਹੀ ਬਣ ਜਾਂਦੇ ਨੇ। ਤੇ ਕੈਪਟਨ ਅਮਰਿੰਦਰ ਸਿੰਘ ਦਾ ਵੀ ਪਪੇਟ ਹੀ ਬਣਿਆ, ਤੇ ਉਸ ਤੋਂ ਬਾਅਦ ਵੀ ਅੱਗੇ ਵੀ ਜਿੰਨੇ ਵੀ ਮੁੱਖ ਮੰਤਰੀ ਇਸ ਸੋਚ ਦੇ ਨਾਲ ਕੰਮ ਕਰਦੇ ਨੇ ਕਿ ਉਹਨਾਂ ਨੂੰ ਕੰਮ ਕਰਨ ਲਈ ਮੰਤਰੀ ਨਹੀਂ, ਕੰਮ ਕਰਨ ਲਈ ਵਿਧਾਇਕ ਨਹੀਂ, ਜਾਂ ਕੋਈ ਚੰਗੇ ਮਜ਼ਬੂਤ ਕਿਰਦਾਰ ਦੇ ਲੋਕ ਨਹੀਂ, ਸਾਨੂੰ ਤਾਂ ਪਪੇਟ ਚਾਹੀਦੇ ਨੇ, ਤਾਂ ਉਹ ਫਿਰ ਉਹਨਾਂ ਦਾ ਆਪਣਾ ਹਾਲ ਪਪੇਟ ਵਰਗਾ ਹੀ ਹੁੰਦਾ। ਤੇ ਅੱਜ ਉਹ ਚੀਜ਼ਾਂ ਦਿਸਦੀਆਂ ਹੁੰਦੀਆਂ ਨੇ, ਮਜ਼ਾਕ ਬਣ ਕੇ ਰਹਿ ਜਾਂਦੇ ਨੇ, ਉਹਦੇ ਵਿੱਚ ਕੋਈ ਦੋਰਾਵਾ ਨਹੀਂ। ਤੇ ਅੱਜ ਵੀ ਜੋ ਸਥਿਤੀ ਹੈ, ਬਹੁਤ ਸੀ ਅਜਿਹੀਆਂ ਗੱਲਾਂ ਹੋ ਰਹੀਆਂ ਨੇ ਜਿਸ ਤੋਂ ਕਿ ਲੱਗਦਾ ਕਿ ਮੁੱਖ ਮੰਤਰੀ ਵੀ ਖੁਦ ਪਪੇਟ ਹੀ ਹੈਗੇ ਨੇ। ਲੇਕਿਨ ਇੱਥੇ ਮੈਂ ਤੁਹਾਡਾ ਸਵਾਲ ਬੜਾ ਰੈਲੇਵੈਂਟ ਤੇ ਵੈਲਿਡ ਹੈ, ਉਹਦਾ ਮੈਂ ਜਵਾਬ ਜ਼ਰੂਰ ਦੇਣਾ ਚਾਹਾਂਗਾ, ਕਿਉਂਕਿ ਬਹੁਤ ਸਹੀ ਸਵਾਲ ਤੁਸੀਂ ਪੁੱਛਿਆ ਹੈ ਕਿ ਇੱਕ ਕਾਬਲ ਬੰਦਾ ਜਿਹੜਾ ਪੁਲਿਸ ਵਿੱਚ ਰਿਹਾ ਹੋਵੇ, ਜਿਸਨੇ ਡਰੱਗ ਦੀ STF ਦੇ ਵਿੱਚ ਬਤੌਰ IG ਕੰਮ ਕੀਤਾ ਹੋਵੇ, ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਗੈਂਗਸਟਰਾਂ ਦੇ ਨਾਲ ਲੜਨ ਵਾਲੀ ਫੋਰਸ ਦਾ ਉਹ IG ਰਿਹਾ ਹੋਵੇ, ਬੇਅਦਬੀ ਦੇ ਮਾਮਲਿਆਂ ਦੇ ਵਿੱਚ ਸਿੱਟ ਦਾ ਉਹ ਮੁਖੀ ਵੀ ਰਿਹਾ ਹੋਵੇ, ਤੇ ਸਿੱਟ ਦੇ ਵਿੱਚ ਇੱਕ ਅਹਿਮ ਮੈਂਬਰ ਰਿਹਾ ਹੋਵੇ, ਤੇ ਇਨਵੈਸਟੀਗੇਸ਼ਨਸ ਨੂੰ ਲੀਡ ਉਸਨੇ ਕੀਤਾ ਹੋਵੇ, ਉਸ ਬੰਦੇ ਤੋਂ ਕੰਮ ਕਿਉਂ ਨਹੀਂ ਲਿਆ ਜਾ ਰਿਹਾ? ਉਸ ਦਾ ਇੱਕ ਵੱਡਾ ਕਾਰਨ ਜਿਹੜਾ ਅੰਦਰ ਆਪਣਾ ਜਿਹੜੇ ਹਲਕੇ ਹੁੰਦੇ ਨੇ, ਜਿਹੜੇ ਸੱਤਾਧਾਰੀ ਧਿਰ ਹੁੰਦੀ ਹੈ, ਜਿਹਨੂੰ ਆਪਾਂ ਐਸ਼ਲਨਸ ਆਫ ਪਾਵਰ ਕਹਿੰਦੇ ਹਾਂ, ਸੱਤਾ ਦੇ ਹਲਕੇ ਹੁੰਦੇ ਨੇ, ਗਲਿਆਰੇ ਜਿਹੜੇ ਕਿਹਾ ਜਾਂਦਾ ਹੈ, ਉਹਨਾਂ ਗਲਿਆਰਿਆਂ ਦੇ ਵਿੱਚ ਇੱਕ ਰੀਜ਼ਨ ਦਿੱਤਾ ਜਾਂਦਾ ਹੈ ਜੀ ਕਿ ਇੱਕ ਕਨਫਲਿਕਟ ਆਫ ਇੰਟਰਸਟ ਆ ਜਾਂਦਾ ਹੈ। ਇਹਦੇ ਵਿੱਚ ਇੱਕ ਅਜਿਹੀ ਸਥਿਤੀ ਹੁੰਦੀ ਹੈ ਜਦੋਂ ਕਿ ਇਹ ਬੰਦਾ ਇਹਨਾਂ ਇਸ਼ੂਜ਼ ਦੇ ਨਾਲ ਐਡੀ ਡੀਪਲੀ ਅਟੈਚਡ ਹੈ ਕਿ ਜੇ ਇਹਨਾਂ ਨੂੰ ਉਸ ਅਹੁਦੇ 'ਤੇ ਜਾਂ ਉਸ ਪੋਜੀਸ਼ਨ 'ਤੇ ਉਹ ਕੰਮ, ਉਹ ਜ਼ਿੰਮੇਵਾਰੀਆਂ ਦੇਤੀਆਂ ਗਈਆਂ, ਤਾਂ ਇੱਕ ਬਾਇਸ ਲੈ ਕੇ ਕੰਮ ਕਰੇਗਾ। ਇਹਦੇ ਮਨ ਦੇ ਵਿੱਚ ਪ੍ਰੀ ਡਿਸਪੋਜੀਸ਼ਨਸ ਹੈਗੀਆਂ ਨੇ ਇਹਦੇ ਅਫਸਰਾਂ ਦੇ ਪ੍ਰਤੀ। ਇਹਦੇ ਕੁਛ ਹੱਦ ਤੱਕ ਠੀਕ ਵੀ ਹੋ ਸਕਦਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਦੀ ਡਿਸਪੋਜੀਸ਼ਨਸ ਨੇ, ਉਹ LK ਯਾਦਵ ਜਿਹੜਾ ਸਿੱਟ ਦੇ ਮੁਖੀ ਹੈਗੇ ਨੇ, ਜਿਹੜੇ ਇਸ ਵਕਤ ਇਸ ਪੂਰੀ ਘਟਨਾ ਦੀ ਜਾਂਚ ਕਰਦੇ ਪਏ ਹੈਗੇ ਨੇ ਕੋਟਕਪੂਰਾ ਦੀ, ਉਹਨਾਂ ਦੇ ਮੁਤਲਕ ਉਹਨਾਂ ਦੀ ਕਈ ਸਟੇਟਮੈਂਟਸ ਆਈਆਂ ਨੇ। ਸੋ ਕਿਵੇਂ ਆਪਸ ਦੇ ਵਿੱਚ ਕੰਮ ਹੋ ਪਾਏਗਾ? ਸੋ ਇਸ ਨੂੰ ਇੱਕ ਕਨਫਲਿਕਟ ਆਫ ਇੰਟਰਸਟ ਦੀ ਗੱਲ ਕਹਿ ਕੇ ਅਜਿਹੇ ਕਾਬਲ ਬੰਦਿਆਂ ਨੂੰ ਪਿੱਛੇ ਕਰਤਾ ਜਾਂਦਾ। ਹੁਣ ਇੱਥੇ ਕਿਤੇ ਨਾ ਕਿਤੇ ਤਾਂ ਬੈਲੈਂਸ ਟਰਾਈ ਕਰਨਾ ਪੈਣਾ। ਇਹ ਲੋਕਾਂ ਨੂੰ ਵੀ ਸਮਝਣਾ ਪੈਣਾ ਵੀ ਜਿਹੜੀ ਬਿਆਨਬਾਜ਼ੀ ਉਹ ਕਰ ਰਹੇ ਹੈਗੇ ਨੇ ਉਸ ਤੋਂ ਥੋੜ੍ਹਾ ਜਿਹਾ ਗੁਰੇਜ਼ ਕੀਤਾ ਜਾ ਸਕਦਾ ਹੈ। ਲੇਕਿਨ ਵੱਡਾ ਇਸ਼ੂ ਇਹ ਹੈ ਕਿ ਜੇ ਤੁਸੀਂ ਕੁੰਵਰ ਵਿਜੇ ਪ੍ਰਤਾਪ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਤੇ ਉਸ ਨੂੰ ਇਲੈਕਸ਼ਨ ਲੜਾਇਆ, ਤੁਸੀਂ ਕੀ ਸੋਚ ਕੇ ਉਸ ਤੋਂ ਇਲੈਕਸ਼ਨ ਲੜਾਇਆ ਤੇ ਉਸ ਨੂੰ ਵਿਧਾਇਕ ਬਣਾਇਆ ਸੀ ਕਿ ਇਹਨਾਂ ਤਮਾਮ ਵਿਸ਼ਿਆਂ ਦੇ ਉੱਤੇ ਜਿਨ੍ਹਾਂ ਕਾਰਨ ਤੁਸੀਂ ਉਹਨਾਂ ਨੂੰ ਆਪਣੇ ਪਾਰਟੀ ਦੀ ਇੱਕ ਆਈਡੀਓਲੋਜੀਕਲ ਬੇਸ ਮੰਨਦਿਆਂ ਹੋਏ ਆਪਣੀ ਪਾਰਟੀ ਦਾ ਹਿੱਸਾ ਬਣਾਇਆ, ਕੀ ਇਹ ਉਹਨਾਂ ਦੀ ਸਟਰੈਂਥ ਨਹੀਂ ਹੈ ਤੇ ਕੀ ਉਹਨਾਂ ਦੀ ਵੀਕਨੈਸ ਹੈ? ਤੁਸੀਂ ਕਨਫਲਿਕਟ ਆਫ ਇੰਟਰਸਟ ਦੀ ਗੱਲ ਕਰਕੇ ਜਾਂ ਇਸ ਗੱਲ ਦਾ ਹਵਾ ਬਣਾ ਕੇ ਕਿ ਜੀ ਇਹ ਅਫਸਰ ਨੂੰ ਤਾਂ ਜੇ ਅਸੀਂ ਜ਼ਿਆਦਾ ਜ਼ਿੰਮੇਵਾਰੀਆਂ ਇਸ ਵਿਧਾਇਕ ਨੂੰ ਦੇ ਦਾਂਗੇ, ਮੰਤਰੀ ਬਣਾ ਦਾਂਗੇ, ਤਾਂ ਇਸ ਦੇ ਨਾਲ ਤਾਂ ਅਫਸਰਾਂ ਨੇ ਕੰਮ ਨਹੀਂ ਕਰਨਾ, ਇਸ ਦੇ ਨਾਲ ਤਾਂ DGP ਨਾਰਾਜ਼ ਹੋ ਜਾਏਗਾ, ਇਸ ਦੇ ਨਾਲ ਤਾਂ ਸਾਡੇ ਹੋਰ ਜਿਹੜੇ ਮਹਿਕਮੇ ਦੇ ਅਫਸਰ ਹੈਗੇ ਨੇ ਉਹਨਾਂ ਦੀ ਖਾਰ ਖਾਂਦੇ ਹੈਗੇ ਨੇ, ਇਸ ਦੇ ਆਪਣੇ ਰਿਕਾਰਡ ਦੇ ਵਿੱਚ ਇਹਨੇ ਸਿੰਘ ਜ਼ਿਆਦਾ ਫਸਾਏ ਨੇ। ਸੋ ਇਸ ਤਰੀਕੇ ਦੇ ਬਹਾਨੇ ਬਣਾ ਕੇ ਹੀ ਤੁਸੀਂ ਅੱਜ 1 ਸਾਲ ਪੂਰਾ ਹੋਣ ਨੂੰ ਆ ਰਿਹਾ ਤੇ ਤੁਸੀਂ ਕੁੰਵਰ ਵਿਜੇ ਪ੍ਰਤਾਪ ਤੋਂ ਕੋਈ ਕੰਮ ਨਹੀਂ ਲੈ ਪਾ ਰਹੇ ਹੋ। ਲੇਕਿਨ ਲੌਂਗ ਟਰਮ ਦੇ ਵਿੱਚ ਤੁਸੀਂ ਇਹ ਦੇਖੋ ਵੀ ਇਸ 'ਤੇ ਤੁਹਾਨੂੰ ਲਿਜਾਣਾ ਕਿੱਥੇ ਹੈ। ਜੇ ਅੱਜ ਤੁਸੀਂ ਉਹਨਾਂ ਸਾਰੇ ਵਿਸ਼ਿਆਂ ਦੇ ਉੱਤੇ, ਚਾਹੇ ਬੇਅਦਬੀ ਦੇ ਕੇਸਿਸ ਨੇ, ਚਾਹੇ ਡਰੱਗਸ ਦਾ, ਆਰਗੇਨਾਈਜ਼ਡ ਕ੍ਰਾਈਮ ਦੇ ਮੁਤਲਕ ਜੋ ਵੀ ਗੱਲਬਾਤ ਪੰਜਾਬ ਦੇ ਵਿੱਚ ਚੱਲਦੀ ਪਈ, ਜੇ ਤਾਂ ਤੁਸੀਂ ਬਹੁਤ ਚੰਗਾ ਕੰਮ ਕਰਦੇ ਪਏ ਹੋ, ਫਿਰ ਮੈਂ ਮੰਨ ਕੇ ਚੱਲਦਾ ਨਾ ਵੀ ਕੁੰਵਰ ਵਿਜੇ ਪ੍ਰਤਾਪ ਨੂੰ ਤੁਸੀਂ ਅਲੱਗ ਬਿਠਾ ਲਓ। ਲੇਕਿਨ ਜੇ ਤੁਹਾਡੇ ਤੋਂ ਉਸ ਮੁਤਲਕ ਕੰਮ ਹੀ ਕੁਝ ਨਹੀਂ ਹੋ ਪਾ ਰਿਹਾ, ਤੁਹਾਡੇ ਤੇ ਸਵਾਲ ਉੱਠ ਰਹੇ ਨੇ, ਉਲਟਾ ਹੀ ਵਿਧਾਇਕ ਤੁਹਾਡੇ ਤੇ ਸਵਾਲ ਚੁੱਕਦਾ ਪਿਆ, ਤਾਂ ਫਿਰ ਤੁਹਾਡੀ ਕਾਰਗੁਜ਼ਾਰੀ ਕਿਸ ਕੰਮ ਦੀ? ਸੋ ਇਸ ਵਾਸਤੇ ਇਹ ਇੱਕ ਬਹੁਤ ਸੌਖਾ ਤਰੀਕਾ ਹੁੰਦਾ ਸਰਕਾਰਾਂ ਲਈ, ਵਿਰੋਧੀ ਧਿਰ ਹੁੰਦੇ ਹੋਏ ਗੱਲ ਕੁਝ ਹੋਰ ਪੈਮਾਨੇ ਤੋਂ ਹੋ ਰਹੀ ਹੁੰਦੀ ਹੈ। ਜਦੋਂ ਸਰਕਾਰਾਂ ਬਣ ਜਾਂਦੀਆਂ ਨੇ ਫਿਰ ਇਹਨਾਂ ਨੂੰ ਕਹਿ ਦਿੱਤਾ ਜਾਂਦਾ ਜੀ ਤਾਂ ਕਨਫਲਿਕਟ ਆਫ ਇੰਟਰਸਟ ਹੈ, ਇਹ ਲੀਡਰ ਤਾਂ ਇਸ਼ੂਜ਼ ਤੇ ਮੁਫਾਦਾਂ ਨਾਲ ਜ਼ਿਆਦਾ ਜੁੜਿਆ ਹੋਇਆ ਹੈ ਤੇ ਇਸ ਨੂੰ ਅਸੀਂ ਇਹ ਵਾਲੇ ਮਹਿਕਮੇ ਨਹੀਂ ਦਾਂਗੇ, ਇਹਨਾਂ ਮਹਿਕਮਿਆਂ ਦੇ ਨੇੜੇ ਤੇੜੇ ਵੀ ਨਹੀਂ ਰੱਖਣਾ। ਚਲੋ ਉਸ ਨੂੰ ਜੇਲ੍ਹ ਸੁਧਾਰ ਦੇ ਦਿਓ ਤੁਸੀਂ। ਤੁਹਾਡੀ ਜੇਲ੍ਹਾਂ ਦੇ ਵਿੱਚੋਂ ਜੋ ਕੰਮ ਐਡਾ ਵੱਡਾ ਲੰਬਾ ਚੌੜਾ ਚੱਲੀ ਜਾਂਦਾ, ਨੈਕਸਸ ਚੱਲ ਰਹੇ ਨੇ, ਨੈਟਵਰਕ ਚੱਲ ਰਹੇ ਨੇ, ਰੰਗਤਾਰੀਆਂ, ਫਿਰੌਤੀ, ਸਭ ਕੁਝ ਜੇਲ੍ਹਾਂ ਵਿੱਚੋਂ ਹੋ ਰਿਹਾ, ਇੰਟਰਵਿਊ ਵੀ ਜੇਲ੍ਹਾਂ ਵਿੱਚ ਹੋ ਰਹੀਆਂ। ਤੁਹਾਡੇ ਕੋਲ ਜੇਲ੍ਹਾਂ ਲਈ ਵੀ ਕੋਈ ਚੱਜ ਦਾ ਕੋਈ ਮੰਤਰੀ ਨਹੀਂ ਹੋ ਪਾਇਆ, ਜੇਲ੍ਹਾਂ ਦੇ ਵਿੱਚ ਕਤਲ ਹੋ ਗਏ ਨੇ, ਤੁਸੀਂ ਜੇਲ੍ਹ ਸੁਧਾਰਾਂ ਦਾ ਕੰਮ ਹੀ ਕੁੰਵਰ ਵਿਜੇ ਪ੍ਰਤਾਪ ਤੋਂ ਲੈ ਲਓ। ਆਪਾਂ ਚਲੋ ਖੈਰ ਇਸ ਵਿਸ਼ੇ ਦੇ ਉੱਤੇ ਇਹ ਨਹੀਂ ਚਾਹੁੰਦੇ ਕਿ ਅਸੀਂ ਉਸ ਦੀ ਵਕਾਲਤ ਕਰਦੇ ਹੋਏ ਜਾਂ ਸਰਕਾਰ ਨੂੰ ਦੱਸਦੇ ਨਜ਼ਰ ਆਈਏ, ਲੇਕਿਨ ਇਹ ਰੈਲੇਵੈਂਟ ਸਵਾਲ ਨਵਜੋਤ ਸਿੰਘ ਸਿੱਧੂ ਨੇ ਚੁੱਕਿਆ ਕੁੰਵਰ ਵਿਜੇ ਪ੍ਰਤਾਪ ਵਾਲਾ, ਤੇ ਇਸ ਲਈ ਇੱਕ ਲੌਜੀਕਲ ਜਵਾਬ ਜੇ ਸਰਕਾਰ ਕੋਲ ਹੈ ਤਾਂ ਸਰਕਾਰ ਦੇਵੇ ਤੇ ਕਹੇ ਗੱਲ ਕਿ ਕਨਫਲਿਕਟ ਆਫ ਇੰਟਰਸਟ ਹੈ। ਮੁੱਖ ਮੰਤਰੀ ਨੇ ਕਦੀ ਇਸ ਪੱਖੋਂ ਵੀ ਇਸ ਚੀਜ਼ ਨੂੰ ਐਡਰੈਸ ਨਹੀਂ ਕੀਤਾ। ਸੋ ਇਹ ਵਿਰੋਧੀ ਧਿਰਾਂ ਦਾ ਕੰਮ ਹੈ ਤੇ ਨਵਜੋਤ ਸਿੰਘ ਸਿੱਧੂ ਆਪਣਾ ਕੰਮ ਕਰ ਰਹੇ ਨੇ, ਉਹਨਾਂ ਨੂੰ ਹੋਰ ਵੱਧ ਚੜ੍ਹ ਕੇ ਕੰਮ ਨੂੰ ਕਰਨਾ ਚਾਹੀਦਾ ਹੈ। ਜੀ ਬਹੁਤ ਬਹੁਤ ਧੰਨਵਾਦ ਰਿਤੇਸ਼ ਜੀ, ਸਾਡੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।